ਹੈਲੋ ਸਟੂਡੈਂਟਸ, ਅੱਜ ਆਪਾਂ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਨੂੰ ਡਾਇਗਰਾਮ ਨਾਲ ਐਕਸਪਲੇਨ ਕਰਾਂਗੇ। ਇਹ ਹੈਕਸਰ ਓਲਨ ਦੀ ਥਿਊਰੀ ਹੈ। ਕਲਾਸੀਕਲ ਇਕਨੋਮਿਸਟ ਨੇ ਇਹ ਦੱਸਿਆ ਸੀ ਕਿ ਦੋ ਦੇਸ਼ਾਂ ਦੇ ਵਿੱਚ ਵਪਾਰ ਕੰਪੈਰੇਟਿਵ ਕੋਸਟ ਦੇ ਡਿਫਰੈਂਸ ਕਾਰਨ ਹੁੰਦਾ ਹੈ, ਪਰ ਕੰਪੈਰੇਟਿਵ ਕੋਸਟ ਦੇ ਵਿੱਚ ਡਿਫਰੈਂਸ ਕਿਸ ਕਾਰਨ ਹੁੰਦਾ ਹੈ ਇਹਦੇ ਬਾਰੇ ਉਹਨਾਂ ਨੇ ਨਹੀਂ ਦੱਸਿਆ। ਹੈਕਸਰ ਓਲਨ ਨੇ ਆਪਣੀ ਥਿਊਰੀ ਦੇ ਵਿੱਚ ਇਹੀ ਦੱਸਿਆ ਕਿ ਕੰਪੈਰੇਟਿਵ ਕੋਸਟ ਦੇ ਵਿੱਚ ਡਿਫਰੈਂਸ ਕਿਸ ਕਾਰਨ ਹੁੰਦਾ ਹੈ। ਇਹਨਾਂ ਦੇ ਅਕੋਰਡਿੰਗ ਕੰਪੈਰੇਟਿਵ ਕੋਸਟ ਦੇ ਵਿੱਚ ਡਿਫਰੈਂਸ ਡਾਇਵਰਸਿਟੀ ਇਨ ਫੈਕਟਰ ਐਂਡਾਊਨਮੈਂਟ ਕਾਰਨ ਹੁੰਦਾ ਹੈ, ਜਾਂ ਸਾਧਨ ਸੰਪੰਨਤਾ ਦੀ ਵਿਭਿੰਨਤਾ ਕਾਰਨ ਹੁੰਦਾ ਹੈ, ਸਾਧਨਾਂ ਦੀ ਸਪਲਾਈ ਦੀ ਵਿਭਿੰਨਤਾ ਕਾਰਨ ਹੁੰਦਾ ਹੈ। ਇੱਕ ਦੇਸ਼ 'ਚ ਇੱਕ ਸਾਧਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਤਾਂ ਦੂਜੇ ਦੇਸ਼ 'ਚ ਦੂਜਾ ਸਾਧਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਜਿਹੜਾ ਸਾਧਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਉਹ ਸਸਤਾ ਹੁੰਦਾ ਹੈ, ਜਿਹੜਾ ਸਾਧਨ ਘੱਟ ਮਾਤਰਾ 'ਚ ਪਾਇਆ ਜਾਂਦਾ ਜਾਂ ਜਿਹਦੀ ਸਪਲਾਈ ਘੱਟ ਹੁੰਦੀ ਹੈ ਉਹ ਮਹਿੰਗਾ ਹੁੰਦਾ ਹੈ। ਆਪਾਂ ਦੋ ਦੇਸ਼ ਲਏ ਆ, ਜਰਮਨੀ ਅਤੇ ਇੰਡੀਆ। ਦੋ ਸਾਧਨ ਹੈ, ਕੈਪੀਟਲ ਅਤੇ ਲੇਬਰ। ਦੋ ਵਸਤੂਆਂ ਹੈ, ਵਾਚ ਅਤੇ ਸ਼ਰਟ। ਜਰਮਨੀ ਦੇ ਵਿੱਚ ਕੈਪੀਟਲ ਜ਼ਿਆਦਾ ਮਾਤਰਾ 'ਚ ਹੈ, ਇਸ ਕਰਕੇ ਕੈਪੀਟਲ ਸਸਤੀ ਹੈ ਅਤੇ ਕੈਪੀਟਲ ਨਾਲ ਬਣਨ ਵਾਲੀਆਂ ਵਸਤੂਆਂ ਵਾਚ ਦਾ ਜਰਮਨੀ ਨਿਰਮਾਣ ਕਰੂਗਾ। ਇੰਡੀਆ ਦੇ ਵਿੱਚ ਲੇਬਰ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ, ਇਸ ਕਰਕੇ ਲੇਬਰ ਸਸਤਾ ਹੈ ਤਾਂ ਇੰਡੀਆ ਲੇਬਰ ਨਾਲ ਬਣਨ ਵਾਲੀਆਂ ਵਸਤੂਆਂ ਸ਼ਰਟਾਂ ਦਾ ਉਤਪਾਦਨ ਕਰੂਗਾ। ਇਸ ਮਾਡਲ ਨੂੰ 2x2x2 ਮਾਡਲ ਕਿਹਾ ਜਾਂਦਾ ਹੈ। ਦੋ ਦੇਸ਼, ਦੋ ਸਾਧਨ, ਦੋ ਵਸਤੂਆਂ ਇਹਦੇ 'ਚ ਲਈਆਂ ਗਈਆਂ, ਇਸ ਕਰਕੇ ਇਸ ਨੂੰ 2x2x2 ਮਾਡਲ ਕਿਹਾ ਜਾਂਦਾ ਹੈ। ਇਸ ਨੂੰ ਹੁਣ ਆਪਾਂ ਆਈਸੋਕੋਸਟ ਲਾਈਨ ਅਤੇ ਆਈਸੋਕੁਐਂਟ ਦੀ ਸਹਾਇਤਾ ਨਾਲ ਐਕਸਪਲੇਨ ਕਰਾਂਗੇ। ਇੱਧਰਲੇ ਪਾਸੇ ਆਪਾਂ ਲਈ ਹੈ ਕੈਪੀਟਲ, ਉਹ ਵਾਈ ਐਕਸਿਸ 'ਤੇ ਕੈਪੀਟਲ, ਉਹ ਐਕਸ ਐਕਸਿਸ 'ਤੇ ਲੇਬਰ। ਇਹ ਵੀ ਜਰਮਨੀ ਦੀ ਆਈਸੋਕੋਸਟ ਲਾਈਨ ਹੈ, ਜਿਹੜੀ ਕਿ ਉੱਚੀ ਆਈਸੋਕੋਸਟ ਲਾਈਨ ਹੈ। ਜੇ ਜਰਮਨੀ ਇਸ ਦੇ ਅਕੋਰਡਿੰਗ ਉਤਪਾਦਨ ਕਰਦਾ ਤਾਂ ਇਹਦਾ ਉਤਪਾਦਨ ਮਹਿੰਗਾ ਪੈਂਦਾ ਹੈ। ਸੀ ਡੀ ਜਰਮਨੀ ਦੀ ਨੀਵੀਂ ਆਈਸੋਕੋਸਟ ਲਾਈਨ ਹੈ। ਜੇ ਜਰਮਨੀ ਇਸ ਸੀ ਡੀ ਲਾਈਨ ਦੇ ਅਕੋਰਡਿੰਗ ਉਤਪਾਦਨ ਕਰਦਾ ਤਾਂ ਉਹਦਾ ਉਤਪਾਦਨ ਸਸਤਾ ਪੈਂਦਾ। ਇਹ ਦੋਵੇਂ ਲਾਈਨਾਂ ਵਾਈ ਐਕਸਿਸ ਵੱਲ ਝੁਕੀਆਂ ਹੋਈਆਂ, ਕਿਉਂਕਿ ਜਰਮਨੀ ਦੇ ਵਿੱਚ ਕੈਪੀਟਲ ਦੀ ਮਾਤਰਾ ਜ਼ਿਆਦਾ ਅਤੇ ਕੈਪੀਟਲ ਸਸਤੀ ਹੈ, ਇਸ ਕਰਕੇ ਦੋਨੇ ਲਾਈਨਾਂ ਵਾਈ ਐਕਸਿਸ ਵੱਲ ਨੂੰ ਝੁਕੀਆਂ ਹੋਈਆਂ। ਇੰਡੀਆ ਦੀਆਂ ਕੋਸਟ ਲਾਈਨਾਂ ਐਕਸ ਐਕਸਿਸ ਵੱਲ ਝੁਕੀਆਂ ਹੋਈਆਂ, ਕਿਉਂਕਿ ਇੰਡੀਆ ਦੇ ਵਿੱਚ ਲੇਬਰ ਸਸਤਾ ਅਤੇ ਲੇਬਰ ਦੀ ਸਪਲਾਈ ਜ਼ਿਆਦਾ ਹੈ। ਇਹ ਇੰਡੀਆ ਦੀ ਆਈਸੋਕੋਸਟ ਲਾਈਨ P1Q1 ਹੈ। ਇਹ ਉੱਚੀ ਆਈਸੋਕੋਸਟ ਲਾਈਨ ਹੈ। ਜੇ ਇੰਡੀਆ ਇਸ ਦੇ ਅਕੋਰਡਿੰਗ ਉਤਪਾਦਨ ਕਰਦਾ ਤਾਂ ਉਤਪਾਦਨ ਮਹਿੰਗਾ ਹੁੰਦਾ ਹੈ। ਜੇ ਇੰਡੀਆ P2Q2 ਦੇ ਅਕੋਰਡਿੰਗ ਉਤਪਾਦਨ ਕਰਦਾ ਤਾਂ ਉਦੋਂ ਉਤਪਾਦਨ ਸਸਤਾ ਹੁੰਦਾ ਹੈ। P2Q2 ਨੀਵੀਂ ਲਾਈਨ ਹੈ। ਇਹ ਦੋਵੇਂ ਲਾਈਨਾਂ ਅਤੇ ਇਹ ਦੋਵੇਂ ਲਾਈਨਾਂ ਇੱਕ ਦੂਜੇ ਦੇ ਪੈਰਲਲ ਹੈ। ਹੁਣ ਆਪਾਂ ਲਵਾਂਗੇ ਆਈਸੋਕੁਐਂਟ। ਜੇ ਜਰਮਨੀ ਆਪਦੇ ਦੇਸ਼ 'ਚ ਕੈਪੀਟਲ ਨਾਲ ਬਣਨ ਵਾਲੀਆਂ ਵਸਤੂਆਂ ਵਾਚ ਦਾ ਨਿਰਮਾਣ ਕਰਦਾ ਹੈ ਤਾਂ ਉਹ ਨੀਵੀਂ ਕੋਸਟ ਲਾਈਨ ਦੇ ਅਕੋਰਡਿੰਗ ਇਸ ਤਰ੍ਹਾਂ ਉਤਪਾਦਨ ਕਰੂਗਾ। ਇਹ ਉਹਦਾ ਆਈਸੋਕੁਐਂਟ ਜਿਹੜਾ ਇਸ ਦੀ ਆਈਸੋਕੋਸਟ ਲਾਈਨ ਨੂੰ ਇੱਥੇ ਟੱਚ ਕਰ ਰਿਹਾ। ਇਹੀ ਆਈਸੋਕੁਐਂਟ ਇੰਡੀਆ ਦੇ ਵਿੱਚ ਉੱਚੀ ਆਈਸੋਕੋਸਟ ਲਾਈਨ ਨੂੰ ਟੱਚ ਕਰੂਗਾ ਅਤੇ ਘੜੀਆਂ ਦਾ ਉਤਪਾਦਨ 100 ਦੇ ਬਰਾਬਰ ਹੋਊਗਾ। ਜੇ ਜਰਮਨੀ ਘੜੀਆਂ ਦਾ ਉਤਪਾਦਨ ਕਰਦਾ ਹੈ ਤਾਂ ਘੜੀਆਂ ਦੇ ਉਤਪਾਦਨ ਦਾ ਇਸ ਪੁਆਇੰਟ ਦੇ ਅਕੋਰਡਿੰਗ ਉਤਪਾਦਨ ਕਰੂਗਾ ਜਿੱਥੇ ਆਈਸੋਕੋਸਟ ਲਾਈਨ ਅਤੇ ਆਈਸੋਕੁਐਂਟ ਇੱਕ ਦੂਜੇ ਦੇ ਬਰਾਬਰ ਹੈ। ਕੈਪੀਟਲ ਦੀ K0 ਮਾਤਰਾ ਅਤੇ ਲੇਬਰ ਦੀ L0 ਮਾਤਰਾ ਲੱਗੂਗੀ ਅਤੇ 100 ਘੜੀਆਂ ਦਾ ਉਤਪਾਦਨ ਜਰਮਨੀ ਦੁਆਰਾ ਕੀਤਾ ਜਾ ਸਕਦਾ ਹੈ। ਜੇ ਜਰਮਨੀ ਸ਼ਰਟਾਂ ਦਾ ਉਤਪਾਦਨ ਆਪ ਕਰਦਾ ਤਾਂ ਉਹ ਉੱਚੀ ਆਈਸੋਕੋਸਟ ਲਾਈਨ ਦੇ ਅਕੋਰਡਿੰਗ ਉਹਨੂੰ ਉਤਪਾਦਨ ਕਰਨਾ ਪਊਗਾ। ਇਹ ਉਹਦਾ ਉੱਚਾ ਆਈਸੋਕੁਐਂਟ ਹੋਊਗਾ। ਇੰਡੀਆ ਦੇ ਵਿੱਚ ਇਹੀ ਆਈਸੋਕੁਐਂਟ ਨੀਵੀਂ ਆਈਸੋਕੋਸਟ ਲਾਈਨ ਨੂੰ ਟੱਚ ਕਰੂਗਾ ਅਤੇ ਸ਼ਰਟਾਂ ਦਾ ਉਤਪਾਦਨ ਵੀ 100 ਹੋਊਗਾ। ਜੇ ਜਰਮਨੀ ਸ਼ਰਟਾਂ ਦਾ ਉਤਪਾਦਨ ਆਪ ਕਰਦਾ ਤਾਂ ਉਹ K0 ਕੈਪੀਟਲ ਅਤੇ L1 ਲੇਬਰ ਲਾਊਗਾ। ਲੇਬਰ ਦੀ ਮਾਤਰਾ ਸ਼ਰਟਾਂ ਦੇ ਉਤਪਾਦਨ 'ਚ ਜ਼ਿਆਦਾ ਲੱਗ ਰਹੀ ਹੈ, ਇਸ ਕਰਕੇ ਸ਼ਰਟਾਂ ਦਾ ਉਤਪਾਦਨ ਕਰਨਾ ਜਰਮਨੀ ਵਾਸਤੇ ਮਹਿੰਗਾ ਹੈ। ਤਾਂ ਜਰਮਨੀ ਕੈਪੀਟਲ ਨਾਲ ਬਣਨ ਵਾਲੀਆਂ ਵਸਤੂਆਂ ਵਾਚ ਦਾ ਹੀ ਨਿਰਮਾਣ ਕਰੂਗਾ, ਜਿਹਦੇ 'ਚ K0 ਕੈਪੀਟਲ ਅਤੇ L0 ਲੇਬਰ ਲੱਗੂਗਾ। ਇਹਦੇ 'ਚ ਘੱਟ ਸਾਧਨਾਂ ਨਾਲ ਉਹ 100 ਘੜੀਆਂ ਦਾ ਉਤਪਾਦਨ ਕਰ ਸਕਦਾ। ਸ਼ਰਟਾਂ ਦਾ ਉਤਪਾਦਨ ਇਹਦੇ ਵਾਸਤੇ ਜਰਮਨੀ ਵਾਸਤੇ ਮਹਿੰਗਾ ਪੈਂਦਾ। ਉਵੇਂ ਹੀ ਇੰਡੀਆ ਜੇ ਸ਼ਰਟਾਂ ਦਾ ਉਤਪਾਦਨ ਕਰਦਾ ਹੈ ਤਾਂ
L3 ਲੇਬਰ ਤੇ K1 ਕੈਪੀਟਲ ਲਾਊਗਾ। ਜੇ ਇੰਡੀਆ ਸ਼ਰਟਾਂ ਦਾ ਉਤਪਾਦਨ ਕਰਦਾ ਹੈ, ਸ਼ਰਟਾਂ ਲੇਬਰ ਨਾਲ ਬਣਨ ਵਾਲੀਆਂ ਵਸਤੂਆਂ ਹੈ ਤੇ ਇੰਡੀਆ 'ਚ ਸਸਤੀਆਂ ਵੀ ਬਣਦੀਆਂ, ਇਸ ਕਰਕੇ ਇੰਡੀਆ ਜੇ ਸ਼ਰਟਾਂ ਦਾ ਉਤਪਾਦਨ ਕਰੂਗਾ ਤਾਂ L3 ਲੇਬਰ ਦੀ ਮਾਤਰਾ ਤੇ K1 ਕੈਪੀਟਲ ਦੀ ਮਾਤਰਾ ਲਾ ਕੇ 100 ਸ਼ਰਟਾਂ ਦਾ ਉਤਪਾਦਨ ਕਰ ਸਕਦਾ ਹੈ। ਪਰ ਜੇ ਇੰਡੀਆ ਘੜੀਆਂ ਦਾ ਉਤਪਾਦਨ ਕਰਦਾ ਹੈ ਤਾਂ ਘੜੀਆਂ ਦਾ ਉਤਪਾਦਨ ਕਰਨ ਵਾਸਤੇ ਉਹਨੂੰ L3 ਲੇਬਰ ਤੇ K2 ਕੈਪੀਟਲ ਲਾਉਣੀ ਪਊਗੀ। ਸ਼ਰਟਾਂ ਦੇ ਉਤਪਾਦਨ ਨਾਲੋਂ ਇੱਧਰ ਕੈਪੀਟਲ ਜ਼ਿਆਦਾ ਲੱਗੂਗੀ, K1 ਤੋਂ ਲੈ ਕੇ K2 ਤੱਕ ਕੈਪੀਟਲ ਜ਼ਿਆਦਾ ਲਾਉਣੀ ਪਊਗੀ ਤੇ ਕੈਪੀਟਲ ਮਹਿੰਗੀ ਵੀ ਹੈ, ਇਸ ਕਰਕੇ ਇੰਡੀਆ ਸ਼ਰਟਾਂ ਦਾ ਉਤਪਾਦਨ ਕਰੂਗਾ। ਸ਼ਰਟਾਂ ਦਾ ਉਤਪਾਦਨ ਇਹਦੇ ਵਾਸਤੇ ਸਸਤਾ ਹੈ, ਘੜੀਆਂ ਦਾ ਉਤਪਾਦਨ ਨਹੀਂ ਕਰੂਗਾ ਕਿਉਂਕਿ ਘੜੀਆਂ ਦੇ ਉਤਪਾਦਨ 'ਚ ਉਹਨੂੰ ਕੈਪੀਟਲ ਵੱਧ ਲਾਉਣੀ ਪੈਂਦੀ ਹੈ ਤੇ ਕੈਪੀਟਲ ਮਹਿੰਗੀ ਵੀ ਹੈ। ਤਾਂ ਦੋਨੇ ਦੇਸ਼ ਉਹਨਾਂ ਵਸਤੂਆਂ ਦਾ ਉਤਪਾਦਨ ਕਰਨਗੇ ਜਿਹੜੀਆਂ ਉਹਨਾਂ ਦੇ ਦੇਸ਼ 'ਚ ਸਸਤੀਆਂ ਬਣਦੀਆਂ ਤੇ ਉਹਨਾਂ ਨੂੰ ਹੀ ਐਕਸਪੋਰਟ ਕਰਨਗੇ। ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਉਹਨਾਂ ਵਸਤੂਆਂ ਨੂੰ ਹੀ ਦਾ ਹੀ ਵਪਾਰ ਕੀਤਾ ਜਾਊਗਾ ਜਿਹੜੀਆਂ ਸਸਤੀਆਂ ਹੋਣਗੀਆਂ ਤੇ ਉਹ ਦੋਨਾਂ ਦੇਸ਼ਾਂ ਦੇ ਵਿੱਚ ਉਹੀ ਵਸਤੂਆਂ ਸਸਤੀਆਂ ਹੁੰਦੀਆਂ ਜਿਨ੍ਹਾਂ ਵਸਤੂਆਂ ਨੂੰ ਬਣਾਉਣ ਵਾਲੇ ਸਾਧਨ ਉੱਥੇ ਵੱਧ ਮਾਤਰਾ 'ਚ ਪਾਏ ਜਾਂਦੇ ਆ। ਇਸ ਤਰ੍ਹਾਂ ਨਾਲ ਡਾਇਗਰਾਮ ਤੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਦੋਨੇ ਦੇਸ਼ ਉਹਨਾਂ ਵਸਤੂਆਂ ਦਾ ਉਤਪਾਦਨ ਕਰਨਗੇ ਜਿਹੜੀਆਂ ਉਹਨਾਂ ਦੇ ਦੇਸ਼ ਵਿੱਚ ਸਸਤੀਆਂ ਬਣਦੀਆਂ। ਥੈਂਕ ਯੂ ਸਟੂਡੈਂਟਸ।